ਫੋਰਨ ਦਾ ਨੰਬਰ ਹੁੰਦਾ ਬਾਹਰ ਦਾ। ਜਦੋਂ ਮੈਂ फ़ोन पिक करदा ਤਾਂ ਬੰਦਾ ਕਹਿੰਦਾ मैं अनमोल बिश्नोई बोल रहा हूँ, लॉरेंस बिश्नोई का भाई। कहता तुमको ये 2 काम हमारे हैं, बाकी तुम जलंधर में जो मर्जी करी जाओ, साढ़े तेनों ये 2 काम जड़े है वो करने पैने हैं। उसका सगा भाई बोल रहा भाई ऐसे है, वो तो वापस नहीं हो सकती दोनों। ठीक है फिर ओके, हम आपको करके दिखा देंगे जो करना है। मैं एकदम हक्का बक्का रह जाना। भाई तुमको अब गोली की आवाज़ ही सुनेगी। मैं क्या भाई गोली बता के आना थोड़ा सा तो अच्छा रहेगा, और गोली छाती पे मारना, पीठ पे मत मार। चलो तो फिर तगड़े होके रहिएगा आप। मैं तगड़ा हूँ, आपने जो गोली मारनी है मुझे बता के मारना, पीठ में मत मारना। ਉਹ SHO ਦੀ ਗੱਡੀ ਵਿੱਚ ਅਸਲੇ ਰੱਖ ਕੇ ਮੈਨੂੰ ਕੁਰਾਲੀ ਤੋਂ ਜਲੰਧਰ ਘਰ ਦੇ ਵਿੱਚ ਰਾਤੀ 2:30-3 ਵਜੇ ਛੱਡ ਕੇ। ਇਸ ਤੋਂ ਪਹਿਲਾਂ ਕਦੀ ਕੋਈ ਇਦਾਂ ਦੀ ਘਟਨਾ ਵਾਪਰੀ ਤੁਹਾਡੀ ਕਿਸੇ ਨਾਲ ਲਾਗ ਡਾਟ ਹੋਵੇ ਜਾਂ ਕਿਸੇ ਨੇ ਪਹਿਲਾਂ ਕੋਈ ਧਮਕੀ ਲੋਕਲ ਪੱਧਰ ਦੇ ਉੱਤੇ ਹੋ ਦਿੱਤੀ ਹੋਵੇ? बता कर थोड़ा मारने आएंगे आप। नहीं, वो तो बता मारेंगे के तो आपको, नहीं आएंगे। बता कर नहीं मारे आगे से बाहर कर की आवाज आएगी, उसके आगे कुछ नहीं आएगा। लोकल पद्धर से मेरे से पहले 2 अटैक हो चुके हैं। तुमको जब हमारा दिल करेगा ठोक देंगे। एक डर पैदा करना सी उन्हें मेरे दिमाग 'ਚ ਇਹ ਗੱਲ ਦੱਸ ਕੇ ਵੀ ਤੇਰੀ ਰੇਕੀ ਕਰਦੇ ਪਏ ਆ, ਕਿਸੇ ਟਾਈਮ ਵੀ ਤੈਨੂੰ ਗੋਲੀ ਮਾਰ ਸਕਦੇ, ਤੁਮਕੋ ਸਮਾਂ ਦੇ ਰਹੇ ਆ। ਤੇ ਏਡੀ ਵੱਡੀ ਦੇਖੋ ਜਲੰਧਰ ਦੇ ਵਿੱਚ ਕਾਲ ਆਣੀ ਇਟਸੈਲਫ ਜਿਹੜਾ ਅੰਦੇਸ਼ਾ ਦੇ ਰਹੀ ਹੈ ਕਿ ਕਿਤੇ ਨਾ ਕਿਤੇ ਉਹਨਾਂ ਦੇ ਤਾਲੁਕਾਤ ਗੈਂਗਸਟਰਸ ਦੇ ਨਾਲ ਹੈਗੇ ਨੇ। ਦੇਖੋ ਜੀ ਪਰਿਵਾਰ ਪੂਰਾ ਚਿੰਤਾ 'ਚ ਹੈ, ਲੇਕਿਨ ਮੈਨੂੰ ਜਿਹੜਾ ਪਰਿਵਾਰ ਵੀ ਬਾਰ-ਬਾਰ ਬੜਾ ਪ੍ਰੈਸ਼ਰ ਪਾ ਰਿਹਾ। ਕੋਈ ਸਿਕਿਉਰਿਟੀ ਮਿਲੀ ਹੈ ਹੁਣ ਤੱਕ ਤੁਹਾਨੂੰ? ਕੋਈ ਗਨਮੈਨ, ਕੋਈ ਗਾਰਡ ਮਿਲਿਆ? ਨਹੀਂ। ਹੁਣ ਸਿੱਧੂ ਮੂਸੇਵਾਲੇ ਦੇ ਫਾਦਰ ਨੂੰ ਸੁਰੱਖਿਆ ਦਿੱਤੀ ਹੋਈ ਹੈ ਵੀ ਜਿਹਨੂੰ ਮਾਰਨਾ ਸੀ ਉਹਨਾਂ ਨੇ ਮਾਰਤਾ, ਹੁਣ ਉਹਨੂੰ ਫਾਦਰ ਨੂੰ ਤਾਂ ਉਹਨਾਂ ਨੇ ਕੁਝ ਨਹੀਂ ਕਹਿਣਾ। ਇਹਨਾਂ ਕੇਸਿਸ ਦੇ ਵਿੱਚ ਕੌਣ ਬੰਦੇ ਨੇ, ਕੀ ਉਹਨਾਂ ਦੇ ਲੱਗਦਾ ਕਿ ਉਹ ਲੋਕ ਇਦਾਂ ਕਰਵਾ ਸਕਦੇ ਨੇ, ਥ੍ਰੈਟ ਕਾਲਸ ਕਰਵਾ ਸਕਦੇ ਨੇ? ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਖਵਿੰਦਰ ਸਿੰਘ। ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਦੇ ਵਿੱਚ ਐਕਟਿਵ ਹੋਏ ਲਾਰੈਂਸ ਬਿਸ਼ਨੋਈ ਗਰੁੱਪ ਦੇ ਵੱਲੋਂ ਲੋਕਾਂ ਨੂੰ ਥ੍ਰੈਟ ਕਾਲਸ ਕੀਤੀਆਂ ਜਾ ਰਹੀਆਂ ਨੇ। ਹੁਣ ਇੱਕ ਜਲੰਧਰ ਦੇ RTI ਐਕਟਿਵਿਸਟ ਸਿਮਰਨਜੀਤ ਸਿੰਘ ਨੂੰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਦੇ ਵੱਲੋਂ ਥ੍ਰੈਟ ਕਾਲ ਕੀਤੀ ਗਈ ਹੈ। ਕਿਉਂ ਇਹ ਕਾਲ ਕੀਤੀ ਗਈ ਔਰ ਕੀ ਕਿਹਾ ਗਿਆ ਇਸ ਕਾਲ ਦੇ ਵਿੱਚ? ਸਿਮਰਨਜੀਤ ਸਿੰਘ ਸਾਡੇ ਨਾਲ ਨੇ। ਬਾਈ ਜੀ, ਕੀ ਇਹ ਪੂਰਾ ਮਾਮਲਾ ਹੈ? ਕਿਸ ਦੀ ਕਾਲ ਸੀਗੀ? ਕਦੋਂ ਇਹ ਕਾਲ ਆਈ? ਜੀ ਪਰਸੋਂ ਦੀ ਗੱਲ ਹੈ ਜੀ। ਪਰਸੋਂ ਮੈਂ ਚੰਡੀਗੜ੍ਹ ਵਿਖੇ ਗਿਆ ਹੋਇਆ ਸੀ। ਉੱਥੋਂ ਜਦੋਂ ਮੈਂ ਜਲੰਧਰ ਵਾਪਸ ਆ ਰਿਹਾ ਸੀ, ਕੁਰਾਲੀ ਦੇ ਨਜ਼ਦੀਕ ਪਹੁੰਚਦਾ ਤਾਂ ਮੈਨੂੰ ਇੱਕ ਫ਼ੋਨ ਆਉਂਦਾ ਕੈਨੇਡਾ ਦੇ ਨੰਬਰ ਤੋਂ। ਫੋਰਨ ਦਾ ਨੰਬਰ ਹੁੰਦਾ ਬਾਹਰ ਦਾ। ਜਦੋਂ ਮੈਂ फ़ोन पिक करदा ਤਾਂ ਬੰਦਾ ਕਹਿੰਦਾ मैं अनमोल बिश्नोई बोल रहा हूँ, लॉरेंस बिश्नोई का भाई। मैं एकदम हक्का बक्का रह जाना। और ਅੱਗੇ ਉਹ ਕਹਿੰਦਾ सिमरनजीत सिंह बोल रहे हो? मैं कहा जी। कहता तुमको ये 2 काम हमारे हैं, बाकी तुम जलंधर में जो मर्जी करी जाओ, साढ़े तेनों ये 2 काम जड़े है वो करने पैने हैं। मतलब डायरैक्शन दिंदा, ऑर्डर दिंदा भी करने पैने हैं। कोई ये नहीं कि पुछदा या कुछ दसदा। मैं कहना कौन से काम? वो कहता जी एक धनाल कलां विखे जिहड़ी कलोनी है जिहदे खिलाफ तू शिकायत पाई हुई है ਉਹ ਵਾਪਸ ਲੈ। ਦੂਜਾ ਜਿਹੜਾ ਤੇਰੇ ਕੋਲ 66 ਫੁੱਟ ਰੋਡ ਦਾ ਬਿਆਨਾ ਹੈਗਾ ਉਹ ਵਾਪਸ ਕਰ। ਤੇ ਮੈਂ ਕਹਿੰਦਾ ਵੀ ਜਿਹੜਾ ਵੀ ਬਿਆਨਾ ਹੈ ਔਰ ਇਹ ਤਾਂ ਵਾਪਸ ਨਹੀਂ ਹੋ ਸਕਦਾ, ਇਹ ਤਾਂ ਨਹੀਂ ਹੋਗਾ। ਮੈਂ ਤੁਹਾਨੂੰ ਇੱਥੇ ਜ਼ਿਕਰਯੋਗ ਦੱਸਦਾ ਕਿ ਜਿਹੜੀ ਧਨਾਲ ਕਲਾਂ ਵਿਖੇ ਇੱਕ ਕਲੋਨੀ ਜਿਹਦੀ ਮੈਂ 2021 ਵਿੱਚ ਸ਼ਿਕਾਇਤ ਪਾਈ ਸੀ, ਜਿਹੜੀ ਉੱਥੇ ਕਲੋਨੀ ਕੱਟ ਹੋ ਰਹੀ ਹੈ, ਜਿਹਦੇ ਵਿੱਚ ਪੁੱਡਾ ਦੇ ਅਧਿਕਾਰੀਆਂ ਨੇ ਕਮਿਸ਼ਨਰ ਆਫ ਪੁਲਿਸ ਨੂੰ 15 ਜਣਿਆਂ ਦੇ ਖਿਲਾਫ, ਇਹ 15 ਬੰਦੇ ਨੇ ਜਿਨ੍ਹਾਂ ਦੇ ਖਿਲਾਫ ਪਰਚਾ ਦਰਜ ਕਰਨ ਦੀ ਸਿਫਾਰਿਸ਼ ਕੀਤੀ ਸੀ। ਪਾਪਰਾ ਐਕਟ ਦੀ ਧਾਰਾ 3, 5, 8, 9, 14, 15, 18, 21 ਦੀ ਘੋਰ ਉਲੰਘਣਾ ਕੀਤੀ ਹੈ। ਤੇ ਐਕਟ ਦੀ ਧਾਰਾ 3600 ਅਨੁਸਾਰ 3 ਸਾਲ ਤੋਂ 7 ਸਾਲ ਦੀ ਕੈਦ ਤੇ ਇੰਨੇ ਤੋਂ ਇੰਨਾ ਜੁਰਮਾਨਾ ਦੇਣ ਦਾ ਐਕਟ ਵਿੱਚ ਪ੍ਰਾਵਧਾਨ ਹੈ। ਸੋ ਕਰਕੇ ਇਸ 'ਤੇ ਪਰਚਾ ਦਰਜ ਕੀਤਾ ਜਾਵੇ। ਔਰ ਆਹ ਸਾਰੀ ਚਿੱਠੀ ਹੈ। ਇਹ ਜਿਹੜੀ ਚਿੱਠੀ ਕਮਿਸ਼ਨਰ ਆਫ ਪੁਲਿਸ ਨੂੰ ਭੇਜੀ ਜਾਂਦੀ ਹੈ, ਜਿਹਦੇ ਵਿੱਚ ਕਮਿਸ਼ਨਰ ਜਿਹੜੇ ਨੇ ਉੱਥੇ ਉਦੋਂ ਦੇ ਕਮਿਸ਼ਨਰ ਜਿਹੜੇ ਮਾਣਯੋਗ, ਉਹ ਇੰਸਪੈਕਟਰ ਅਜੈਬ ਸਿੰਘ ਜੋ ਇਸ ਇਲਾਕੇ ਦੇ ਥਾਣਾ ਸਦਰ ਨੂੰ ਪੈਂਦਾ ਇਲਾਕਾ ਕਮਿਸ਼ਨਰੇਟ ਜਲੰਧਰ ਦੇ ਵਿੱਚ ਹੈ,
ਉੱਥੇ ਇੰਸਪੈਕਟਰ ਅਜੈਬ ਸਿੰਘ ਨੂੰ ਮਾਰਕ ਕਰਤੀ ਜਾਂਦੀ ਹੈ। ਇੰਸਪੈਕਟਰ ਅਜੈਬ ਸਿੰਘ ਇਸ 'ਤੇ ਪਰਚਾ ਦਰਜ ਕਰਨ ਦੀ ਬਜਾਏ ਉੱਥੇ ਹੀ ਆਪਣੀ ਕਚਹਿਰੀ ਖੋਲ੍ਹਦੇ ਹੋਏ ਇਸ ਦਰਖਾਸਤ ਨੂੰ ਪਰਚਾ ਦਰਜ ਕਰਨ ਦੀ ਬਜਾਏ ਫਾਈਲ ਕਰ ਦਿੰਦੇ ਹਨ। ਜਦੋਂ ਮੈਨੂੰ ਪਤਾ ਲੱਗਦਾ ਕਿ ਕੁਛ ਇਹਦੇ 'ਤੇ ਹੋ ਨਹੀਂ ਰਿਹਾ, ਕਲੋਨੀ ਬਣੀ ਜਾ ਰਹੀ ਹੈ, ਔਰ ਮੈਂ ਜਦੋਂ ਪਤਾ ਕਰਦਾ ਸਾਰਾ ਤੇ ਮੈਨੂੰ ਪਤਾ ਲੱਗਦਾ ਕਿ ਇੰਸਪੈਕਟਰ ਅਜੈਬ ਸਿੰਘ ਨੇ ਇਸ ਨੂੰ ਫਾਈਲ ਕਰਤਾ। ਫਿਰ ਮੈਂ ਸੀਨੀਅਰ ਅਧਿਕਾਰੀਆਂ ਦੇ ਨੌਲੇਜ 'ਚ ਲੈ ਕੇ ਆਉਣਾ, ਜਿਹਦੇ 'ਚ ਤੁਸੀਂ ਦੇਖੋਗੇ ਕਿ 30/5/2022 ਨੂੰ ਮਾਣਯੋਗ ਕਮਿਸ਼ਨਰ ਆਫ ਪੁਲਿਸ ਨੂੰ ਦੁਬਾਰਾ ਇੱਕ ਚਿੱਠੀ ਡਿਪਟੀ ਕਮਿਸ਼ਨਰ ਸ਼ਹਿਰ ਦੇ ਡੀਸੀ ਜਿਹੜੇ ਸ਼ਹਿਰ ਦੇ ਮਾਲਕ ਹੁੰਦੇ ਨੇ ਉਹਨਾਂ ਵੱਲੋਂ ਲਿਖੀ ਜਾਂਦੀ ਕਮਿਸ਼ਨਰ ਨੂੰ ਵੀ ਅੱਗੇ ਵੀ ਤੁਹਾਨੂੰ ਇਹਦੇ ਵਿੱਚ ਪੁਰਾਣੀਆਂ ਚਿੱਠੀਆਂ ਦਾ ਹਵਾਲਾ ਦਿੰਦੇ ਹੋਏ ਪੱਤਰ ਨੰਬਰ 4640 20/12/2021 ਔਰ ਨਾਲ ਇਸ ਨੂੰ ਨੱਥੀ ਕਰਦੇ ਹੋਏ ਲਿਖਿਆ ਜਾਂਦਾ ਹੈ ਕਿ ਉਕਤ ਨੰਬਰ ਖਸਰਿਆਂ ਅਧੀਨ ਆਉਂਦੇ ਭੌਂ ਮਾਲਕਾਂ ਦੇ ਵਿਰੁੱਧ ਪਾਪਰਾ ਐਕਟ FIR ਦਰਜ ਕਰਨ ਲਈ ਲਿਖਿਆ ਗਿਆ ਸੀ, ਜਿਸ ਬਾਬਤ ਕੋਈ ਵੀ ਜਵਾਬ ਪ੍ਰਾਪਤ ਨਹੀਂ ਹੋਇਆ। ਇਸ ਦਫ਼ਤਰ ਵੱਲੋਂ ਇਹਨਾਂ ਕੋਲੋਨਾਈਜ਼ਰਾਂ ਵਿਰੁੱਧ FIR ਦਰਜ ਕਰਨ ਦੀ ਸੰਬੰਧੀ ਲਿਖੇ ਪੱਤਰ ਦੀ ਫੋਟੋਕਾਪੀ ਭੇਜ ਕੇ ਮੁੜ ਲਿਖਿਆ ਜਾਂਦਾ ਕਿ ਇਹਨਾਂ ਵਿਰੁੱਧ ਕਾਰਵਾਈ ਕੀਤੀ ਜਾਵੇ। ਤੇ ਹਾਲਾਂਕਿ ਕਾਰਵਾਈ ਕੋਈ ਨਹੀਂ ਕੀਤੀ, ਪਰ ਡਿਪਟੀ ਸਾਹਿਬ ਨੂੰ ਇੱਕ ਵਾਰ DC ਸਾਹਿਬ ਨੂੰ ਫੇਰ ਲਿਖਣਾ ਪੈ ਗਿਆ। DC ਸਾਹਿਬ ਨੂੰ ਕਮਿਸ਼ਨਰ ਆਫ ਪੁਲਿਸ ਨੂੰ ਫੇਰ ਲਿਖਣਾ ਪੈ ਗਿਆ। ਔਰ ਤੁਹਾਨੂੰ ਇੱਥੇ ਇਹ ਵੀ ਬੜੀ ਹੈਰਾਨੀ ਹੋਏਗੀ, 30/5 ਤੋਂ ਲੈ ਕੇ ਅੱਜ 7ਵਾਂ ਮਹੀਨਾ ਹੋ ਗਿਆ, ਅਜੇ ਤੱਕ ਵੀ ਇਹਦੇ ਤੇ ਪਰਚਾ ਨਹੀਂ ਦਰਜ ਕੀਤਾ ਗਿਆ। ਇਹ ਕਾਰਜਕਾਰੀ ਜਲੰਧਰ ਪੁਲਿਸ ਦੀ ਰਹੀ ਹੈ। ਔਰ ਹੋਰ ਤਾਂ ਇਹਨਾਂ ਨੇ ਕੀ ਕਰਨਾ, ਇੱਕ DC ਜਿਹੜੇ ਸ਼ਹਿਰ ਦੇ ਮਾਲਕ ਹੁੰਦੇ ਉਹਨਾਂ ਦੇ ਕਹਿਣ ਤੇ ਵੀ ਪਰਚਾ ਦਰਜ ਨਹੀਂ ਹੋਇਆ। ਅੱਛਾ, ਇਹ ਜਿਹੜੀ ਕਾਲ ਆਈ ਹੈ ਤੁਹਾਨੂੰ ਅਨਮੋਲ ਬਿਸ਼ਨੋਈ, ਜੋ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਭਰਾ ਦੱਸਦਾ ਆਪਣੇ ਆਪ ਨੂੰ, ਇਸ ਦੀ ਆਵਾਜ਼ ਜਾਂ ਕਦੇ ਕੋਈ ਪੁਸ਼ਟੀ ਦਾ ਕੁਝ ਲੱਗਾ ਤੁਹਾਨੂੰ ਵੀ ਕਿਵੇਂ ਹੋਈ ਪੁਸ਼ਟੀ ਵੀ ਵਾਕਿਆ ਉਹੀ ਹੈ? ਕਿਉਂਕਿ ਬਹੁਤ ਸਾਰੀਆਂ ਫੇਕ ਕਾਲਸ ਵੀ ਆ ਰਹੀਆਂ ਨੇ ਲੋਕਾਂ ਨੂੰ। ਦੇਖੋ, ਜਦੋਂ ਫੋਨ ਆਇਆ ਸਾਨੂੰ ਵੀ ਇੱਕ ਥੋੜ੍ਹਾ ਜਿਹਾ ਸੀਗਾ ਕਿ ਫੇਕ ਕਾਲ ਵੀ ਹੋ ਸਕਦੀ ਹੈ, ਕਿਉਂਕਿ ਇੱਕ ਮਹੀਨੇ ਤੋਂ ਤਕਰੀਬਨ ਮਹੀਨੇ ਜੇ ਤੋਂ ਲਗਾਤਾਰ ਇਹ ਕੁਛ ਪੰਜਾਬ ਦੇ ਵਿੱਚ ਚੱਲ ਰਿਹਾ ਸੀ ਵੀ ਫੇਕ ਕਾਲਸ ਉਹਨਾਂ ਦੇ ਗੈਂਗ ਦੇ ਨਾਮ ਤੇ ਆਈਆਂ, ਉਹ ਔਰ ਕਾਫੀ ਫੇਕ ਟਰੇਸ ਵੀ ਹੋਈਆਂ ਵੀ ਇਹ ਉਹਨਾਂ ਵੱਲੋਂ ਨਹੀਂ ਕੀਤੀ ਗਈ। ਤੇ ਜਦੋਂ ਮੈਂ ਉਹਨੂੰ ਇਹ ਗੱਲ ਪੁੱਛਦਾ ਕਿ ਤੁਮ ਉਸਕੇ ਮਾਸੀ ਕੇ ਬੇਟੇ ਹੋ, ਉਹ ਤੁਰੰਤ ਕਹਿੰਦਾ ਨਹੀਂ, ਮਾसी का बेटा तो सचिन बिश्नोई है, मैं अनमोल बिश्नोई बोल रहा हूँ, उसका सगा भाई। और उस तो बाद मैं थोड़ी जो ग्रैविटी देखदा कि भी थोड़ी टेंशन है, मैं तुरंत जड़ा नज़दीक थाना उत्थे पहुँचदा, कुराली सदर थाना उत्थे पहुँचदा और SSP ਦੇ ਧਿਆਨ 'ਚ और ਜਿਹੜੇ ਉੱਥੇ ਦੇ DIG ਆ ਉਹਨਾਂ ਦੇ ਧਿਆਨ 'ਚ ਲਿਆਣਾ। ਉਹ ਵੀ ਇਹੀ ਗੱਲ ਕਹਿੰਦੇ ਆ ਕਿ ਫੇਕ ਕਾਲ ਹੋ ਸਕਦੀ ਹੈ। ਮੈਂ ਕਹਿੰਦਾ ਵੀ ਮੇਰੇ ਕੋਲ ਰਿਕਾਰਡਿੰਗ ਹੈ। ਉਹ ਕਹਿੰਦੇ ਤੁਸੀਂ ਸਾਨੂੰ ਰਿਕਾਰਡਿੰਗ ਭੇਜ ਦਿਓ, ਅਸੀਂ ਵੌਇਸ ਸੈਂਪਲ ਸਾਡੇ ਕੋਲ ਅਨਮੋਲ ਬਿਸ਼ਨੋਈ ਦੇ ਜਿਹੜੇ ਹੈਗੇ ਆ ਅਸੀਂ ਉਹਦੇ ਨਾਲ ਮੈਚ ਕਰਕੇ ਦੇਖਦੇ ਹਾਂ, ਜੇਕਰ ਮਿਲਦੇ ਹੋਏ ਕੋਈ ਤਾਂ ਤੁਹਾਨੂੰ ਫਿਰ ਦੱਸਦੇ ਹਾਂ। ਤੇ ਥਾਣੇ ਵਾਲੇ ਕਹਿੰਦੇ ਜੀ ਤੁਸੀਂ ਸਾਨੂੰ ਦਰਖਾਸਤ ਦੇ ਦਿਓ, ਅਸੀਂ ਇਨਵੈਸਟੀਗੇਟ ਕਰਾਂਗੇ, ਇਹ ਹੈ ਉਹ ਹੈ, ਤੇ ਤੁਸੀਂ ਜਾਓ। ਤੇ 15-20 ਮਿੰਟ ਦੇ ਦੌਰਾਨ ਹੀ ਉੱਥੇ ਜਦੋਂ ਮੈਂ ਬੈਠਾ ਹੋਇਆ ਆਪਣਾ ਸਾਰਾ ਬਰੀਫ ਦੱਸ ਰਿਹਾ ਥਾਣੇਦਾਰ ਜਿਹੜੇ ਉੱਥੇ ਦੇ ਉਹਨਾਂ ਨੂੰ, ਔਰ 20 ਮਿੰਟ ਬਾਅਦ ਹੀ ਉੱਥੇ ਹਲਚਲ ਸ਼ੁਰੂ ਹੋ ਜਾਂਦੀ, ਅਫਸਰ ਆਉਣੇ ਸ਼ੁਰੂ ਹੋ ਜਾਂਦੇ, ਦੌੜ ਭੱਜ ਪੁਲਿਸ ਤੇਜ਼ ਹੋ ਜਾਂਦੀ। ਮੈਂ ਕਿਹਾ ਕੀ ਹੋਇਆ? ਕਹਿੰਦੇ ਜੀ ਸਾਨੂੰ ਉੱਤੋਂ ਦੇਸ਼ ਆ ਗਏ ਵੀ ਪਰਚਾ ਦਰਜ ਕਰੋ। ਮੈਂ ਕਿਹਾ ਵੀ ਵੌਇਸ ਸੈਂਪਲ ਕੀ ਉਹਨਾਂ ਨਾਲ ਮੈਚ ਹੋ ਗਿਆ, ਵੀ ਕੀ ਗੱਲ ਹੈ? ਕਹਿੰਦੇ ਜੀ ਸਾਨੂੰ ਪਰਚਾ ਦਰਜ ਕਰਨ ਦੇ ਦੇਸ਼ ਆਏ ਆ, ਪਰਚਾ ਅਸੀਂ ਦਰਜ ਕਰਨ ਲੱਗੇ, ਆਪਣੇ ਬਿਆਨ ਲਿਖਾਓ। ਮੈਂ ਇਮੀਡੀਏਟ ਆਪਣੇ ਬਿਆਨ ਲਿਖਾ ਕੇ ਉਹਨਾਂ ਨੇ ਜਿੱਥੇ ਮੈਨੂੰ 2-4 ਜਗ੍ਹਾ 'ਤੇ ਸਾਈਨ ਕਹੇ ਕਰਨ ਨੂੰ ਕਰਕੇ, ਤੇ ਜਦੋਂ ਪਰਚਾ ਦਰਜ ਉਹ ਕਰ ਦਿੰਦੇ ਨੇ ਤੇ SHO ਦੀ ਗੱਡੀ, SHO ਖੁਦ ਆਪ ਉੱਥੇ ਦੇ ਮੁਲਾਜ਼ਮਾਂ ਨੂੰ ਡਾਇਰੈਕਸ਼ਨ ਦਿੰਦਾ ਕਿ SLR ਫਲਾਣੇ ਵੱਡੇ ਵੈਪਨ ਨਾਲ ਰੱਖੋ। ਵੀ ਉਹਨਾਂ ਨੂੰ ਇੱਕ ਇਹ ਸੀਗਾ ਵੀ ਥ੍ਰੈਟ ਜ਼ਿਆਦਾ ਹੈਗੀ, ਤਾਂ ਕਰਕੇ ਉਹਨਾਂ ਨੇ ਇਦਾਂ ਕੀਤਾ। ਕਿਤੇ ਲੱਗਾ ਵੀ ਸਿੱਧੇ ਤੌਰ ਦੇ ਉੱਤੇ ਵੀ ਇਹ ਪੁਸ਼ਟੀ ਕਰ ਰਿਹਾ ਸੀਗਾ ਅਨਮੋਲ ਬਿਸ਼ਨੋਈ ਹੀ ਹੋਊਗਾ ਜੀ। ਉਹ SHO ਦੀ ਗੱਡੀ ਵਿੱਚ ਅਸਲੇ ਰੱਖ ਕੇ ਮੈਨੂੰ ਕੁਰਾਲੀ ਤੋਂ ਜਲੰਧਰ ਘਰ ਦੇ ਵਿੱਚ ਰਾਤੀ 2:30-3 ਵਜੇ ਛੱਡ ਕੇ ਸੀਨੀਅਰ ਅਧਿਕਾਰੀਆਂ ਨਾਲ ਉਹਨਾਂ ਨੇ ਮੇਰੀ ਗੱਲ ਕਰਾਈ ਬਈ ਘਰ ਸਹੀ ਸਲਾਮਤ ਪਹੁੰਚਾਤਾ। ਔਰ ਫਿਰ ਸੀਨੀਅਰ ਅਧਿਕਾਰੀ ਮੈਨੂੰ ਕਹਿੰਦੇ ਵੀ ਅਸੀਂ ਜਲੰਧਰ ਦੇ ਕਮਿਸ਼ਨਰ ਪੁਲਿਸ ਨੂੰ ਦੱਸ ਰਹੇ ਹਾਂ, ਇਮੀਡੀਏਟਲੀ ਤੁਹਾਨੂੰ ਗੈਂਗਸਟਰ ਰੋਕਥਾਮ ਐਕਟ ਹੈ ਜਿਹੜਾ ਉਹਦੇ ਅੰਡਰ ਸੁਰੱਖਿਆ ਇਮੀਡੀਏਟ ਦਿੱਤੀ ਜਾਏ। ਵੀ ਉਹਦਾ ਮਤਲਬ ਇਹ ਹੈ ਵੀ ਦੇਖੋ ਗੈਂਗਸਟਰ ਦੀ ਕਾਲ ਆਈ ਤੇ ਗੈਂਗਸਟਰ ਰੋਕਥਾਮ ਐਕਟ ਵਿੱਚ ਜਿਹੜੀ ਸੁਰੱਖਿਆ ਦਿੱਤੀ ਜਾਏ, ਉਹਨਾਂ ਦਾ ਇਹ ਕਹਿਣਾ ਇਟਸ ਸੈਲਫ ਹੀ ਦੇਖੋ ਬੜੀ ਵੱਡੀ ਗੱਲ ਹੈ। ਤੇ ਇਸ ਟਾਈਮ ਜਿਹੜਾ ਮਾਹੌਲ ਹੀ ਇੱਦਾਂ ਦਾ ਬਣਿਆ ਹੋਇਆ ਕੁਛ ਕਿ ਇੱਕ ਸੁਰੱਖਿਆ ਯਕੀਨੀ ਬਣਾਉਣੀ ਵੀ ਮੈਂ ਸੋਚਦਾ ਵੀ ਜ਼ਰੂਰੀ ਹੈ। ਅੱਛਾ ਸਿਮਰਨ, ਜਿਵੇਂ ਇੱਕ ਗੱਲ ਬੜੀ ਜ਼ਿਹਨ 'ਚ ਆਉਂਦੀ ਹੈ, ਇਸ ਤੋਂ ਪਹਿਲਾਂ ਕਦੀ ਕੋਈ ਇਦਾਂ ਦੀ ਘਟਨਾ ਵਾਪਰੀ ਤੁਹਾਡੀ ਕਿਸੇ ਨਾਲ ਲਾਗ ਡਾਟ ਹੋਵੇ ਜਾਂ ਕਿਸੇ ਨੇ ਪਹਿਲਾਂ ਕੋਈ ਧਮਕੀ ਲੋਕਲ ਪੱਧਰ ਦੇ ਉੱਤੇ ਦਿੱਤੀ ਹੋਵੇ? ਨਹੀਂ, ਦੇਖੋ ਲੋਕਲ ਪੱਧਰ ਤੇ ਮੇਰੇ ਤੇ ਪਹਿਲੇ 2 ਅਟੈਕ ਹੋ ਚੁੱਕੇ ਆ, ਬਟ ਉਹ ਮਾਈਨਰ 1-2 ਅਟੈਕ, ਜਿੱਦਾਂ ਇੰਨੇ ਵੱਡੇ ਲੈਵਲ ਦਾ ਨਹੀਂ, ਛੋਟੇ ਲੈਵਲ ਦੇ ਮਾਈਨਰ ਅਟੈਕ ਸੀਗੇ। ਉਹਦੇ 'ਚ ਵੀ ਪਰਚੇ ਦੋਨਾਂ 'ਚ ਦਰਜ ਨੇ ਅਟੈਕ ਦੇ, ਔਰ ਇੱਕ ਪਰਚਾ ਥਰੂ ਕੋਰਟ ਹੋਇਆ ਕੋਰਟ ਦੇ ਵਿੱਚ ਉਹ ਬੰਦਾ ਮਤਲਬ ਆ ਵੀ ਰਿਹਾ, ਉਹਨੂੰ ਜ਼ਮਾਨਤ 'ਤੇ ਹੈਗਾ, ਬਟ ਉਹਦਾ ਇਹਦੇ ਨਾਲ ਇਨਵੋਲਵਮੈਂਟ ਹੈ ਕਿ ਨਹੀਂ ਹੈ, ਉਹ ਦੈਟ ਇਜ਼ ਅ ਪਾਰਟ ਆਫ
ਪੁਲਿਸ ਇਨਵੈਸਟੀਗੇਸ਼ਨ ਉਹਦੇ 'ਚ ਨਹੀਂ ਮੈਂ ਇੰਟਰਫੇਅਰ ਕਰ ਸਕਦਾ, ਬਟ ਇਹਦੇ ਵਿੱਚ ਜਿਸ ਬੰਦਿਆਂ ਦੇ ਨਾਂ ਲੈ ਰਿਹਾ ਇਹ ਕਲੋਨੀ ਹੋਰ ਬੰਦਿਆਂ ਦੀ ਆ। ਇਹਨਾਂ ਬੰਦਿਆਂ ਵੱਲੋਂ ਕਦੀ ਐਵੇਂ ਕਹੀਏ ਅੱਗੇ ਆਪਾਂ ਨੂੰ ਕਦੀ ਇਹੋ ਜਿਹੇ ਧਮਕਾ ਭਰੇ ਇਹਨੇ ਧਮਕੀ ਭਰੇ ਲਹਿਜੇ ਨਾਲ ਵੀ ਗੋਲੀ ਮਾਰ ਦੇਣੀ ਹੈ ਕਿ ਜਦੋਂ ਉਹਨੂੰ ਮੈਂ ਕਿਹਾ ਕਿ ਇਹ ਕੰਮ ਨਹੀਂ ਹੋਗਾ ਤੇ ਉਹ ਮੈਨੂੰ ਕਹਿੰਦਾ ਕਿ ठीक है फिर तैयार रहना, तगड़े रहना, हम आ रहे हैं भाई, तुमको अब गोली की आवाज़ ही सुनेगी। मैं क्या भाई गोली बता के आना थोड़ा सा तो अच्छा रहेगा, और गोली छाती पे मारना, पीठ पे मत मारना। कहता हाँ 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 ऐसे बता के थोड़ी आएंगे तुमको, जब आना होगा आएंगे और ठोक देंगे, बता के आएंगे क्या तुमको। मैं कहा ठीक है, लेकिन पीछे से वार मत करना, आगे से वार करना। ਇਹ ਗੱਲ ਹੁੰਦੀ ਹੈ। ਔਰ ਹਿੰਦੀ ਉਹ ਬੰਦਾ ਹਿੰਦੀ ਬੋਲਦਾ ਜੋ ਬਿਸ਼ਨੋਈ ਵੱਲ ਦੀ ਭਾਸ਼ਾ ਉਹਨਾਂ ਦੀ ਬਿਸ਼ਨੋਈਜ਼ ਦੀ ਉਹ ਲੈਂਗੁਏਜ ਆ ਪ੍ਰੋਪਰ। ਸੋ ਜਿਵੇਂ ਮੈਂ ਜ਼ਿਕਰ ਕਰ ਰਿਹਾ ਸੀਗਾ, ਇਹ ਦੋ ਕੇਸਾਂ ਦੀ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਗੱਲ ਕੀਤੀ ਉਸ ਸ਼ਖਸ ਦੇ ਵੱਲੋਂ, ਅਨਮੋਲ ਦੇ ਵੱਲੋਂ ਦੋ ਜਿਹੜੇ ਕੇਸਿਸ ਨੇ ਉਹਨਾਂ ਦੀ ਗੱਲ ਕੀਤੀ ਹੈ। ਤਾਂ ਇਹਨਾਂ ਕੇਸਿਸ ਦੇ ਵਿੱਚ ਕੌਣ ਬੰਦੇ ਨੇ, ਕੀ ਉਹਨਾਂ ਦਾ ਲੱਗਦਾ ਵੀ ਉਹ ਲੋਕ ਇੱਦਾਂ ਕਰਵਾ ਸਕਦੇ ਨੇ, ਥ੍ਰੈਟ ਕਾਲਸ ਕਰਵਾ ਸਕਦੇ ਨੇ ਇੱਦਾਂ ਦੀ, ਔਰ ਕੀ ਇਨਵੋਲਵਮੈਂਟ ਕੀ ਹੈ, ਕਿੱਡਾ ਕੁ ਵੱਡਾ ਸਕੈਮ ਹੈ ਉਹ ਜਿਹੜੀਆਂ ਤੁਸੀਂ RTIs ਪਾਈਆਂ ਉਸ ਤੋਂ ਬਾਅਦ FIRs ਵੀ ਲਾਂਚ ਕਰਵਾਈਆਂ। ਦੇਖੋ ਜੀ, ਹਾਈ ਕੋਰਟ ਜਿਹੜੀ ਮੇਰੀ PL ਚੱਲ ਰਹੀ ਹੈ ਉਹ 'ਚ ਕਰੋੜਸ ਆਫ ਮਨੀ ਇਨਵੋਲਵ ਹੈ, ਕਰੋੜਾਂ ਰੁਪਈਏ ਦੀ ਘੁਟਾਲੇ ਆ ਇਹ। ਕਿਉਂਕਿ ਜਿਹੜੀ ਇੱਕ ਕਲੋਨੀ ਹੁੰਦੀ ਹੈ, ਇਹ ਇੱਕ ਕਲੋਨੀ ਦੀ ਗੱਲ ਨਹੀਂ ਹੈਗੀ, ਇਹ ਕਾਫੀ ਕਲੋਨੀਆਂ ਦੀ PIL ਚੱਲ ਰਹੀ ਹਾਈ ਕੋਰਟ ਦੇ ਵਿੱਚ, ਜਿਹਦੇ 'ਚ ਕਰੋੜਸ ਆਫ ਮਨੀ ਇਨਵੋਲਵ ਹੈ। ਕਿਉਂਕਿ ਇੱਕ ਕਲੋਨੀ ਜੇ ਮੰਨ ਲਓ 10 ਏਕੜ ਦੀ 20 ਏਕੜ ਦੀ ਹੈ, ਔਰ ਕਰੋੜਾਂ ਰੁਪਏ ਨੂੰ ਅੱਜ ਕੱਲ੍ਹ ਖੇਤ ਹੈ, ਕਰੋੜ ਆਫ ਮਨੀ ਇਨਵੋਲਵ ਹੈ, ਜਿਹਨੂੰ ਕਰੋੜਾਂ ਦਾ ਘਾਟਾ ਲਾਸ ਹੁੰਦਾ। ਅਗਲਾ ਇੱਕ ਵਾਰੀ ਤਾਂ ਦੇਖੋ ਹਰ ਬੰਦੇ ਦੇ ਦਿਮਾਗ 'ਚ ਆਉਂਦਾ ਕਿ ਸੁਪਾਰੀ ਦੇ ਕੇ ਬੰਦਾ ਮਰਵਾ ਦਈਏ, ਜਿਹਦੇ ਕਰਕੇ ਸਾਨੂੰ ਐਡਾ ਨੁਕਸਾਨ ਝੱਲਣਾ ਪੈ ਰਿਹਾ। ਤੋ ਸੋ ਇਹ ਕਿਸੇ ਨਾ ਕਿਸੇ ਪੱਧਰ ਤੇ 2021 ਦੇ ਮੇਰੇ ਮਗਰ ਲੱਗੇ ਹੋਏ ਆ ਵੀ ਇਹਨੂੰ ਪਰਸਿਊ ਨਾ ਕਰੋ, ਇਹਨੂੰ ਐ ਨਾ ਕਰੋ, ਇਹਨੂੰ ਉਹ ਨਾ ਕਰੋ। ਕਿਤੇ ਨਾ ਕਿਤੇ ਦੇਖੋ ਅਗਲੇ ਦੇ ਵੀ ਦਿਮਾਗ 'ਚ ਆਇਆ ਹੋਊਗਾ, ਜਿਹੜਾ ਅਗਲਾ ਗੈਂਗਸਟਰਸ ਦੀ ਸ਼ਰਨ ਦੇ ਵਿੱਚ ਚਲਾ ਗਿਆ। ਦੇਖੋ ਕਿਸੇ ਬੰਦੇ ਦੇ ਦਿਮਾਗ 'ਚ ਕਦੋਂ ਕੀ ਆ ਜਾਣਾ ਜਾਂ ਉਹਨੇ ਕਦੋਂ ਕੀ ਕਰਨਾ, ਅਸੀਂ ਕਿਸੇ ਦਾ ਦਿਮਾਗ ਨਹੀਂ ਪੜ੍ਹ ਸਕਦੇ। ਜਾਂ ਕੋਈ ਬੰਦਾ ਵੀ ਇਹਦੇ ਰਿਲੇਸ਼ਨ ਗੈਂਗਸਟਰ ਨਾਲ ਹੋ ਸਕਦੇ ਕਿ ਨਹੀਂ, ਕਿਉਂਕਿ ਅੱਜ ਕੱਲ੍ਹ ਦੇਖੋ ਟੈਕਨੋਲੋਜੀ ਇੰਨੀ ਐਡਵਾਂਸ ਹੈ, WhatsApp ਕਾਲ, ਟੈਲੀਗ੍ਰਾਮ ਕਾਲ, ਸਿਗਨਲ ਐਪਸ ਹੀ ਇੰਨੀਆਂ ਕਿ ਤੁਸੀਂ ਪਤਾ ਹੀ ਨਹੀਂ ਹੈਗਾ ਕਿ ਕਿਹਦੇ ਕਨੈਕਸ਼ਨ ਕਿੱਥੇ ਨੇ, ਕਿਹਦੇ ਨਾਲ ਹੈਗਾ। ਤੇ ਐਡੀ ਵੱਡੀ ਦੇਖੋ ਜਲੰਧਰ ਦੇ ਵਿੱਚ ਕਾਲ ਆਣੀ ਇਟਸੈਲਫ ਜਿਹੜਾ ਅੰਦੇਸ਼ਾ ਦੇ ਰਹੀ ਹੈ ਕਿ ਕਿਤੇ ਨਾ ਕਿਤੇ ਉਹਨਾਂ ਦੇ ਤਾਲੁਕਾਤ ਗੈਂਗਸਟਰਸ ਦੇ ਨਾਲ ਹੈਗੇ ਨੇ। ਔਰ ਜਿਨ੍ਹਾਂ ਦੇ ਇੱਥੇ ਜਿਸ ਕਨੈਕਸ਼ਨ ਦੇ ਥਰੂ, ਜੇ ਉਹਦਾ ਡਾਇਰੈਕਟ ਕਨੈਕਸ਼ਨ ਹੈ ਤਾਂ ਹੋਰ ਗੱਲ ਹੈ, ਜੇ ਕਿਸੇ ਕਨੈਕਸ਼ਨ ਦੇ ਥਰੂ ਗਿਆ ਤੇ ਉਹ ਬੰਦੇ ਵੀ ਖੁੱਲ੍ਹੇਆਮ ਸ਼ਹਿਰ 'ਚ ਘੁੰਮ ਰਹੇ ਨੇ ਨਾ। ਕੱਲੀ ਮੈਨੂੰ ਨਹੀਂ, ਹੋਰ ਵੀ ਬੰਦਿਆਂ ਨੂੰ ਥ੍ਰੈਟ ਹੋ ਸਕਦੀ ਹੈ। ਇਹ ਜੇ ਉਹ ਸ਼ਰੇਆਮ ਇੱਥੇ ਘੁੰਮੀ ਜਾ ਰਹੇ ਨੇ, ਸੁਪਾਰੀਆਂ ਲੈ ਰਹੇ ਨੇ ਤੇ ਧਮਕਾ ਰਹੇ ਨੇ, ਤਾਂ ਇਹ ਇੱਕ ਬੜਾ ਸੀਰੀਅਸ ਇਸ਼ੂ ਹੈ ਜਿਹੜਾ ਕਿ ਵੱਡੇ ਪੱਧਰ ਤੇ ਇਹਨੂੰ ਇਨਵੈਸਟੀਗੇਟ ਕਰਨਾ ਬਣਦਾ। ਅੱਛਾ, ਤੁਹਾਡੇ ਬਾਰੇ ਵੀ ਸਾਰੀ ਜਾਣਕਾਰੀ ਸੀਗੀ ਉਹਨਾਂ ਦੇ ਕੋਲੋਂ, ਤੁਸੀਂ ਕੌਣ ਹੋ, ਕੀ ਕੰਮ ਕਰਦੇ ਹੋ, ਤੁਹਾਡੇ ਰਿਸ਼ਤੇਦਾਰਾਂ ਤੱਕ ਦਾ ਜ਼ਿਕਰ ਕੀਤਾ ਉਸ ਆਡੀਓ ਦੇ ਵਿੱਚ ਕਿ ਕੀ ਕੰਮ ਕਰਦੇ ਨੇ, ਉਹ ਸਾਰੀ ਰੇਕੀ ਸੀਗੀ ਉਹਨਾਂ ਦੀ? ਰੇਕੀ ਸੀਗੀ ਜੀ। ਉਹ ਫੋਨ ਤੇ ਵੀ ਮੈਨੂੰ ਇਹੀ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਤੂੰ ਇਹ ਨਾ ਸੋਚ ਵੀ ਤੇਰੇ ਪਿੱਛੇ ਅਸੀਂ ਨਹੀਂ ਲੱਗੇ ਹੋਏ, ਬਈ तेरे पीछे हमारे बंदे लगे हुए हैं और तुम्हारी रेकी कर रहे हैं, तुमको जब हमारा दिल करेगा ठोक देंगे। एक डर पैदा करना सी उन्हें मेरे दिमाग 'ਚ ਇਹ ਗੱਲ ਦੱਸ ਕੇ भी तेरी रेकी करते पे हाँ, किसी टाइम भी तेन गोली मार सकते, तुमको समा दे रहे हैं कि इसको वापस ले लो, अगर तुम इसको वापस नहीं लोगे फिर तो इंजाम तो तुम्हें बता ही दिया। ये चीज़ सी ਉਹਦਾ ਦੱਸਣ ਦਾ ਇਹ ਸੀਗਾ ਕਾਰਨ ਰੇਕੀ ਦਾ, ਬਈ ਇੱਕ ਡਰ ਪੈਦਾ ਕਰਾਉਣਾ, ਪੁਸ਼ਟੀ ਕਰਨ ਦੀ ਕੋਸ਼ਿਸ਼ ਕੀਤੀ ਉਹਨੇ, ਪੁਸ਼ਟੀ ਕਰਨ ਦੀ ਕੋਸ਼ਿਸ਼ ਕੀਤੀ ਵੀ ਅਸੀਂ ਤੇਰੇ ਪਿੱਛੇ ਲੱਗੇ ਹੋਏ ਹਾਂ, ਵੀ ਹਮਾਰੇ ਬੰਦੇ ਤੁਹਾਡੇ ਪਿੱਛੇ ਹੈ। ਅੱਛਾ, ਜਦੋਂ ਇੰਨੀ ਸਿਕਿਉਰਿਟੀ ਦੇ ਵਿੱਚ ਤੁਹਾਨੂੰ ਇੱਥੇ ਉੱਥੋਂ ਕੁਰਾਲੀ ਦੀ ਪੁਲਿਸ ਛੱਡ ਕੇ ਜਾਂਦੀ ਹੈ, ਉਸ ਤੋਂ ਬਾਅਦ ਫਿਰ ਸਿਕਿਉਰਿਟੀ ਦਾ ਕੀ ਬਣਿਆ, ਤੁਹਾਡੀ ਦਾ ਕੀ ਮੁਲਾਜ਼ਮ ਮਿਲੇ ਤੁਹਾਨੂੰ? ਜਲੰਧਰ ਪੁਲਿਸ ਦੇ ਨਾਲ ਜ਼ਾਹਰ ਜੀ ਗੱਲ ਹੈ, ਤੁਸੀਂ ਜਾ ਕੇ ਜ਼ਿਕਰ ਕੀਤਾ, ਉਹ FIR ਦੀ ਕਾਪੀ ਵੀ ਦਿੱਤੀ। ਦੇਖੋ ਜੀ, ਉਦੋਂ ਸਵੇਰੇ ਮੈਂ ਉੱਠ ਕੇ ਸਭ ਤੋਂ ਪਹਿਲਾ ਕੰਮ ਕੀ ਕੀਤਾ, ਕਮਿਸ਼ਨਰ ਆਫ ਪੁਲਿਸ ਨਾਲ ਫੋਨ ਤੇ ਗੱਲ ਕੀਤੀ, ਕਿਉਂਕਿ ਮੈਨੂੰ ਸੀ ਮੈਂ ਘਰੋਂ ਵੀ ਨਿਕਲਾਂ ਕਿ ਨਾ ਨਿਕਲਾਂ, ਮੈਂ ਥੋੜ੍ਹਾ ਕਨਫਿਊਜ਼ ਸੀਗਾ। ਮੈਂ ਘਰੋਂ ਹੀ ਉਹਨਾਂ ਨੂੰ ਫੋਨ ਕੀਤਾ ਕਿ ਕਮਿਸ਼ਨਰ ਸਾਹਿਬ ਇੱਦਾਂ ਗੱਲ ਹੋਈ ਹੈ, ਪਰਚਾ ਦਰਜ ਹੋਇਆ, ਆਹ ਗੱਲ ਹੈ, ਤੇ ਜਿਹੜੀ ਮੈਨੂੰ ਸਿਕਿਉਰਿਟੀ ਦਿੱਤੀ ਸੀ ਸੀਰੀਅਸ ਹੀ ਹੈ ਨਹੀਂ ਸੀ, ਦੇਖ ਰਹੇ ਹਾਂ, ਕਰ ਰਹੇ ਹਾਂ ਜੀ, ਇਹ ਜੀ ਉਹ ਜੀ। ਕੱਲ੍ਹ ਵੀ ਉਹਨਾਂ ਨੂੰ ਮੈਂ ਜਦੋਂ ਜਾ ਕੇ ਮਿਲਿਆ, ACP ਸਿਕਿਉਰਿਟੀ ਗੁਰਪ੍ਰੀਤ ਕੀ ਨਾਮ ਉਹਨਾਂ ਦਾ, ਗਗਨਦੀਪ ਘੁੰਮਣ, ਉਹਨਾਂ ਦੇ ਕੋਲ ਉਹਨਾਂ ਨੇ ਕਹਿ ਦਿੱਤਾ ਵੀ ਇਹਨਾਂ ਨੂੰ 2 ਗਨਮੈਨ ਪ੍ਰੋਵਾਈਡ ਕਰੋ। CP ਸਾਹਿਬ ਨੇ ਵਰਬਲੀ ਕਹਿ ਦਿੱਤਾ, ਮੈਨੂੰ ਭੇਜਦਾ ਉਹਦੇ ਕੋਲ ACP ਸਿਕਿਉਰਿਟੀ ਗਗਨਦੀਪ ਘੁੰਮਣ, ਉਹ ਵੀ ਸੀਰੀਅਸ ਹੋਣਾ, ਅੱਛਾ ਧਮਕੀ ਆਈ ਹੈ, ਦੇਖਦੇ ਹਾਂ ਜੀ, ਕਰ ਲਾਂਗੇ ਜੀ, ਜਾਓ ਤੁਸੀਂ, ਦੇਖਾਂਗੇ ਅਸੀਂ। ਮੈਂ ਦੁਬਾਰਾ ਜਦੋਂ ਕਮਿਸ਼ਨਰ ਸਾਹਿਬ ਨੂੰ ਮਿਲਣ ਗਿਆ ਵੀ ਸਰ ACP ਸਿਕਿਉਰਿਟੀ ਆਹ ਗੱਲ ਕਹਿ ਰਹੇ ਆ, ਦੇਖਾਂਗੇ। ਮੈਂ ਤੁਹਾਨੂੰ ਦੇਣੀ, ਕਹਿੰਦੇ ਦੇਣੀ ਤਾਂ ACP ਸਿਕਿਉਰਿਟੀ ਦੀ ਰਿਸਪੌਂਸਿਬਿਲਿਟੀ ਹੈ, ਉਹ ਦੇਖ ਲੇਗਾ,
ਮਤਲਬ ਐਵੇਂ ਮਤਲਬ ਇੱਕ ਲਾਈਟ ਜਿਹਾ ਚੀਜ਼ ਨੂੰ ਲੈਣਾ ਜਦੋਂ ਇੱਕ ਏ ਗ੍ਰੇਡ ਗੈਂਗਸਟਰ ਵੱਲੋਂ ਧਮਕਾਇਆ ਗਿਆ ਔਰ ਪਰਚਾ ਪੁਲਿਸ ਨੇ ਦਰਜ ਕੀਤਾ ਜਾਂ ਤਾਂ ਹੋਏ ਨਾ ਵੀ ਅਜੇ ਸੀਰੀਅਸਨੈਸ ਨਹੀਂ ਹੈਗੀ, ਪਰਚਾ ਦਰਜ ਨਹੀਂ ਹੈਗਾ, ਵੀ ਅਜੇ ਤਫਤੀਸ਼ ਚੱਲ ਰਹੀ ਹੈ ਜੀ, ਫਿਰ ਤਾਂ ਚਲੋ ਅਸੀਂ ਸੋਚ ਸਕਦੇ ਹਾਂ ਵੀ ਮੈਟਰ ਨੂੰ ਦੇਖਿਆ ਜਾ ਰਿਹਾ, ਤਫਤੀਸ਼ ਕੀਤਾ ਜਾ ਰਿਹਾ, ਵੀ ਇਸ ਕਰਕੇ ਨਹੀਂ ਦਿੰਦੇ ਵੇ। ਜਦੋਂ ਪਰਚਾ ਦਰਜ ਤੁਸੀਂ ਆਪ ਕਰ ਦਿੱਤਾ, ਤੁਹਾਡੀ ਪੁਲਿਸ ਨੇ ਕਰਤਾ, ਪੰਜਾਬ ਪੁਲਿਸ ਨੇ ਫਿਰ ਬਾਈ ਨੇਮ ਕੀਤਾ, ਫਿਰ ਤੁਸੀਂ ਇਸ ਗੱਲ ਨੂੰ ਇੰਨਾ ਲਾਈਟਲੀ ਲੈਣਾ ਔਰ ਫਿਰ ਕੱਲ ਰਾਤ ਨੂੰ 2 ਬੰਦੇ ਮੇਰੇ ਘਰ ਦੇ ਬਾਹਰ ਤੈਨਾਤ ਕਰ ਦੇਣੇ, ਸਾਰੀ ਰਾਤ ਜਿਹੜੇ ਰਹੇ ਔਰ ਸਵੇਰੇ 6:30 ਕਹਿੰਦੇ ਵੀ ਸਾਡੀ ਟਾਈਮ ਆਫ ਹੋ ਗਿਆ, ਅਸੀਂ ਜਾ ਰਹੇ ਹਾਂ। ਉਸ ਤੋਂ ਬਾਅਦ ਡੀਸੀਪੀ ਜਿਹੜੇ ਸਿਕਿਉਰਿਟੀ ਨਰੇਸ਼ ਡੋਗਰੇ ਦਾ ਮੈਨੂੰ ਫੋਨ ਆਉਣਾ 10 ਤੋਂ 11 ਦੇ ਵਿੱਚ ਕਰੀਬ ਜਿਹੜਾ ਵੀ ਹਾਂਜੀ ਕਿੱਦਾਂ ਜੀ ਕੀ ਗੱਲ ਹੋਈ ਹੈ, ਹੁਣ ਇਹ ਹੈ ਉਹ ਹੈ, ਸਾਰਾ ਗੱਲਬਾਤ ਪਤਾ ਕਰਕੇ ਤੇ ਵੀ ਅਸੀਂ ਨਾ 2 ਬੰਦੇ ਹੁਣੇ ਮੈਂ ਥਾਣੇ ਕਹਿ ਰਿਹਾ ਤੁਹਾਡੇ ਘਰ ਦੇ ਬਾਹਰ ਤੈਨਾਤ ਹੋ ਰਹੇ। ਮੈਂ ਕਿਹਾ ਜੀ ਤੁਹਾਨੂੰ ਇਹ ਗੱਲ ਦਾ ਕਿਵੇਂ ਪਤਾ ਬਈ ਉਹਨਾਂ ਨੇ ਤੁਹਾਨੂੰ ਦੱਸਿਆ ਵੀ ਘਰ ਆ ਕੇ ਹਮਲਾ ਕਰਨਾ? ਤੇ ਉਹ ਇੱਕਦਮ ਸੋਚਣ ਲੱਗ ਗਿਆ ਵੀ ਮੈਂ ਕੀ ਕਹਿ ਗਿਆ। ਦੇਖੋ ਇਹ ਜਿਹੜੇ ਕੰਮ ਹੁੰਦੇ ਨੇ ਨਾ ਕਿਤੇ ਕਿਸੇ ਨਾ ਕਿਸੇ ਪੱਧਰ ਤੇ ਸਰਕਾਰਾਂ ਦੀ ਇਹ 'ਚ ਇਨਵੋਲਵਮੈਂਟ ਹੁੰਦੀ ਹੈ। ਇੱਕ ਪੰਜਾਬ ਦੇ ਵਿੱਚ ਖਾਸ ਕਰਕੇ ਸਿਸਟਮ ਬੜਾ ਚੱਲਦਾ ਪਿਆ, ਜਿਹੜਾ ਬੰਦਾ ਕੋਈ ਨਾਮੀ ਹੋ ਗਿਆ ਬਈ ਉਹਨੂੰ ਧਮਕੀ ਮਾਰਨ ਦੀ ਆ ਜਾਂਦੀ ਹੈ, ਜਾਂ ਸਰਕਾਰਾਂ ਨੂੰ ਹੁੰਦਾ ਵੀ ਇਹਦਾ ਜਿਹੜਾ ਆਪਣਾ ਹੱਥ ਹੈ ਸਾਡੇ ਕਿਤੇ ਨਾ ਕਿਤੇ ਕਰਪਸ਼ਨ ਉਜਾਗਰ ਕਰਦੇ ਸਾਡੇ ਤੱਕ ਕਿਤੇ ਨਾ ਕਿਤੇ ਪਹੁੰਚਣ ਲੱਗਾ, ਤੇ ਉਹ ਸਰਕਾਰਾਂ ਦੇ ਕਿਤੇ ਨਾ ਕਿਤੇ ਹੱਥ ਹੁੰਦੇ। ਹੁਣ ਜਿਵੇਂ ਸੁਰੱਖਿਆ ਨਾ ਮੁਹੱਈਆ ਕਰਾਉਣਾ, ਇਹ ਉਹਨਾਂ ਦੀ ਹੈਲਪ ਨਹੀਂ ਹੈਗੀ ਤੇ ਹੋਰ ਕੀ ਹੈ। ਤੁਸੀਂ ਜੇ ਸੁਰੱਖਿਆ ਮੁਹੱਈਆ ਕਰਾਈ ਹੋਵੇ ਤੇ ਇਹ ਜਿਹੜਾ ਹੈਗਾ ਇੱਕ ਬੰਦੇ ਦੀ ਜ਼ਿੰਦਗੀ ਜਿਹੜੀ ਹੈ ਉਸ ਤੋਂ ਕੀਮਤੀ ਕੋਈ ਚੀਜ਼ ਹੈ, ਉਹ ਬਚਾਈ ਜਾ ਸਕਦੀ ਹੈ। ਪਰ ਨਹੀਂ, ਇਹ ਸੀਰੀਅਸ ਨਹੀਂ ਹੈਗੇ ਔਰ ਇਹ ਇਹੋ ਜਿਹੀਆਂ ਹਰਕਤਾਂ ਜਿਹੜੀਆਂ ਸ਼ੋਅ ਕਰ ਰਹੀਆਂ ਕਿ ਪੰਜਾਬ ਦਾ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਇਹਨਾਂ ਅਫਸਰਾਂ ਕਰਕੇ ਖਰਾਬ ਹੋ ਰਹੀ ਹੈ ਕਿ ਜਦੋਂ ਇਹ ਸੀਰੀਅਸਨੈਸ ਇਸ਼ੂ ਨਹੀਂ ਲੈਂਦੇ ਔਰ ਇਹੋ ਜਿਹੇ ਜਿਹੜੇ ਗੈਂਗਸਟਰਸ ਹੈਗੇ ਨੇ, ਗੈਂਗਸਟਰਿਜ਼ਮ ਜਿਹੜਾ ਵੱਧ ਰਿਹਾ ਉਹ ਇਸੇ ਕਰਕੇ ਵੱਧ ਰਿਹਾ ਕਿਉਂਕਿ ਇਹਨਾਂ ਨੂੰ ਨੱਥ ਨਹੀਂ ਪੈ ਰਹੀ, ਇਹਨਾਂ ਨੂੰ ਕੋਈ ਹੱਥ ਨਹੀਂ ਪਾ ਰਿਹਾ ਇਨਵੈਸਟੀਗੇਟ ਕਰਕੇ। ਜਦੋਂ ਤੱਕ ਇਹ ਇੰਨਾ ਟਾਈਮ ਲਾਉਂਦੇ ਇਨਵੈਸਟੀਗੇਟ ਕਰਨ ਨੂੰ, ਜਦੋਂ ਤੱਕ ਇਨਵੈਸਟੀਗੇਟ ਕਰਕੇ ਪਹੁੰਚਣ ਲੱਗਦੇ ਆ ਉਹ ਕੋਈ ਨਾ ਕੋਈ ਲਿੰਕ ਟੁੱਟ ਜਾਂਦਾ। ਹੁਣ ਜੇ ਉਸ ਬੰਦੇ ਨੇ ਕਿਤੋਂ ਨਾ ਕਿਤੋਂ IP ਯੂਜ਼ ਕੀਤਾ ਹੋਏਗਾ, ਹੁਣ ਜਦੋਂ ਤੱਕ ਇਹਨਾਂ ਨੇ IP ਲੋਕੇਟ ਕਰਨਾ ਉਦੋਂ ਤੱਕ ਉਸ ਪਬਲਿਕ IP, ਕਿਉਂਕਿ ਇਹੋ ਜਿਹੇ ਚੀਜ਼ਾਂ 'ਤੇ ਦੇਖਿਆ ਗਿਆ ਵੀ ਪਬਲਿਕ IP ਯੂਜ਼ ਹੁੰਦਾ, ਕੋਈ ਰੇਲਵੇ ਸਟੇਸ਼ਨ, ਕੋਈ ਕੈਫੇ, ਕੋਈ ਉੱਥੇ ਦੀ CCTV ਮਿਟ ਜਾਣੀ ਉਨੀ ਦੇਰ 'ਚ, ਉਹ ਲਿੰਕ ਉੱਥੇ ਹੀ ਟੁੱਟ ਗਿਆ। ਜੇਕਰ ਇਹੀ ਕੰਮ ਤੇਜ਼ੀ ਨਾਲ ਕੀਤਾ ਜਾਏ, ਉੱਥੇ ਦੀ CCTV ਤੋਂ ਫਲਾਣਾ ਬੰਦਾ ਚੱਕ ਲਓ, ਅਗਲੇ ਤੋਂ ਸਿੱਧਾ ਤੁਹਾਡਾ ਕਨੈਕਸ਼ਨ ਖੁੱਲ ਜਾਂਦਾ। ਇਹ ਜਿਹੜੇ ਸੰਗੀਨ ਮਾਮਲੇ, ਜਿਹੜੇ ਇਹ ਮਾਮਲਿਆਂ ਨੂੰ ਸੋਲਵ ਨਹੀਂ ਕੀਤਾ ਜਾ ਰਿਹਾ, ਉਹਦੇ ਨਾਲ ਹੀ ਜਿਹੜੇ ਹੈ ਇਹ ਗੈਂਗਸਟਰਿਜ਼ਮ ਵੱਧ ਰਿਹਾ ਕਿਉਂਕਿ ਉਹਨਾਂ ਨੂੰ ਪਤਾ ਪੁਲਿਸ ਦੀ ਢਿੱਲੀ ਕਾਰ ਪ੍ਰਣਾਲੀ ਹੈ ਜਿਹੜੀ, ਉਹਦੇ ਕਰਕੇ ਸਾਡੇ ਤੱਕ ਜਦੋਂ ਤੱਕ ਪਹੁੰਚ ਨਹੀਂ ਸਕਦੇ, ਕਿਤੇ ਨਾ ਕਿਤੇ ਉਨੀ ਦੇਰ 'ਚ ਲਿੰਕ ਬ੍ਰੇਕ ਹੋ ਜਾਂਦਾ, ਬੰਦਾ ਵੀ ਕਿਤੇ ਨਾ ਕਿਤੇ ਪਹੁੰਚ ਜਾਂਦਾ। ਅੱਛਾ, ਜਿਸ ਤਰੀਕੇ ਦਾ ਮਾਹੌਲ ਸਿਰਜਿਆ ਜਾ ਰਿਹਾ ਪੰਜਾਬ ਦੇ ਵਿੱਚ, ਸੁਭਾਵਿਕ ਤੌਰ 'ਤੇ ਜੇ ਤੁਹਾਨੂੰ ਕਾਲ ਆਈ ਹੈ ਤਾਂ ਪੂਰਾ ਪਰਿਵਾਰ ਚਿੰਤਾ ਦੇ ਵਿੱਚ ਹੋਊਗਾ? ਦੇਖੋ ਜੀ, ਪਰਿਵਾਰ ਪੂਰਾ ਚਿੰਤਾ 'ਚ ਹੈ, ਲੇਕਿਨ ਮੈਨੂੰ ਜਿਹੜਾ ਪਰਿਵਾਰ ਵੀ ਬਾਰ-ਬਾਰ ਬੜਾ ਪ੍ਰੈਸ਼ਰ ਪਾ ਰਿਹਾ ਵੀ ਇਹ ਕੀ ਹੈ ਸਾਰਾ ਮਸਲਾ, ਛੱਡੋ ਇਹ ਵੋ। ਬਟ ਇਹ ਹੈ ਕਿ ਮੈਨੂੰ ਪੂਰੇ ਪੰਜਾਬ ਦੇ ਵੀ ਨਾਲ ਜਿਹੜਾ ਇਸ ਟਾਈਮ ਜੋ ਹਾਲਾਤ ਬਣੇ ਹੋਏ, ਮੈਂ ਉਹਨਾਂ 'ਤੇ ਵੀ ਬੜੀ ਗੰਭੀਰਤਾ ਜ਼ਾਹਿਰ ਕਰਦਾ ਵੀ ਜੇ ਇਹ ਜਿਹੜਾ ਮਾਹੌਲ ਚੱਲ ਰਿਹਾ, ਹਰ ਵਪਾਰੀ ਵਰਗ ਜਿਹੜਾ ਇੱਕ ਡਰ ਦੇ ਮਾਹੌਲ 'ਚ, ਹਰ ਇੰਡਸਟਰੀਅਲਿਸਟ ਜਿਹੜਾ ਡਰ ਦੇ ਮਾਹੌਲ, ਜਿਹੜਾ ਇੰਨੇ ਟੈਕਸ ਗਵਰਨਮੈਂਟ ਨੂੰ ਦਿੰਦੇ ਨੇ, ਉਹ ਸਾਰੇ ਡਰ ਦੇ ਮਾਹੌਲ ਜਿਹਦੇ ਕੋਈ ਨਾਮੀ ਬੰਦਾ ਜਿਹਦਾ ਨਾਮ ਹੋ ਜਾਂਦਾ ਉਹਨੂੰ ਮਾਰਨ ਦੀ ਧਮਕੀ, ਵਪਾਰੀ ਨੂੰ ਜਿਹੜਾ ਹੈਗਾ ਰੈਂਸਮ ਲਈ ਜਾ ਰਹੀ ਹੈ, ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ, ਤੇਰੇ ਪਰਿਵਾਰ ਨੂੰ ਨਹੀਂ ਛੱਡਾਂਗੇ, ਔਰ ਉਗਰਾਹੀ ਕੀਤੀ ਜਾ ਰਹੀ ਹੈ ਵੱਡੇ ਬਿਲਡਰਾਂ ਤੋਂ, ਇੰਡਸਟਰੀਜ਼ ਤੋਂ। ਮਤਲਬ ਸਾਡਾ ਇਹ ਪੰਜਾਬ ਕਿਹੜੇ ਕਾਲੇ ਦੌਰ ਵੱਲ ਜਿਹੜਾ ਧਕੇਲਿਆ ਜਾ ਰਿਹਾ, ਧਕੇਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਟੈਰੋਰਿਜ਼ਮ 'ਚੋਂ ਅੱਗੇ ਹੀ ਇਹਨੂੰ ਅਸੀਂ ਬਹੁਤ ਮੁਸ਼ਕਲ ਨਾਲ ਕੱਢ ਕੇ ਲੈ ਕੇ ਆਏ ਹਾਂ। ਹੁਣ ਜਦੋਂ ਦੀ ਤੁਸੀਂ ਦੇਖ ਰਹੇ ਹੋ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਕਿਤੇ ਨਾ ਕਿਤੇ ਦੇਖੋ ਕੁਝ ਅੰਦਰ ਖਾਤੇ, ਕੁਝ ਮਤਲਬ ਕਹਿ ਲਓ ਤਾਕਤਾਂ ਲੱਗੀਆਂ ਹੋਈਆਂ ਕਿ ਇਹਨਾਂ ਨੂੰ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਜਿਹੜੀ ਹੈ ਡਿਸਟਰਬ ਕਰਕੇ ਪੰਜਾਬ 'ਚ ਇਹਨਾਂ ਨੂੰ ਬਦਨਾਮ ਕੀਤਾ ਜਾਵੇ। ਬਟ ਬਦਨਾਮ ਕਰਨਾ ਤਾਂ ਇੱਕ ਅਲੱਗ ਚੀਜ਼ ਹੁੰਦੀ ਹੈ, ਇੱਥੇ ਇੱਕ ਤੁਸੀਂ ਨਾਗਰਿਕ ਦੀ ਜਾਨ ਨੂੰ ਵੀ ਖਤਰੇ 'ਚ ਪਾ ਰਹੇ ਹੋ ਇੱਦਾਂ ਦੀਆਂ ਧਮਕੀਆਂ ਦਵਾ ਕੇ। ਔਰ ਮੈਂ ਸਮਝਦਾ ਕਿ ਪੰਜਾਬ ਦਾ ਮਾਹੌਲ ਇੰਨਾ ਕੁ ਜ਼ਿਆਦਾ ਡਿਸਟਰਬ ਨਾ ਹੋ ਜਾਏ ਕਿ ਇੱਥੋਂ ਸਾਰਾ ਇੰਡਸਟਰੀ ਵਰਗ, ਬਿਜ਼ਨਸ ਵਰਗ ਇੱਥੋਂ ਪੰਜਾਬ ਸਟੇਟ ਛੱਡ ਕੇ ਕਿਤੇ ਹੋਰ ਸਟੇਟ 'ਚ ਜਾ ਕੇ ਆਪਣੀ ਇੰਡਸਟਰੀ ਬਿਜ਼ਨਸ ਸੈੱਟ ਕਰ ਲਏ ਵੀ ਇੱਥੇ ਰਹਿਣਾ ਹੁਣ ਠੀਕ ਨਹੀਂ ਰਹਿ ਗਿਆ। ਦੇਖੋ ਹਰ ਬੰਦੇ ਨੂੰ ਆਪਣੀ ਜਿਹੜੀ ਜਾਨ ਹੈ ਪਿਆਰੀ, ਬੰਦਾ ਕਹਿੰਦਾ ਪੈਸਾ ਉੱਥੇ ਵੀ ਕਮਾ ਸਕਦੇ, ਇੰਡਸਟਰੀ ਉੱਥੇ ਸੈੱਟ ਹੋ ਜਾਊਗੀ, ਘੱਟੋ ਘੱਟ ਸੁਰੱਖਿਅਤ ਹੈਗੇ, ਜਾਨ ਤਾਂ ਬਚ ਜੂਗੀ ਜੀ। ਕੱਲ੍ਹ ਨੂੰ ਦੇਖੋ ਬੰਦਾ ਆਪਣੀ ਜਾਨ ਸੁਰੱਖਿਅਤ ਕਰ ਲੇ, ਘਰ ਦੇ ਕਿਸੇ ਪਰਿਵਾਰ ਨੂੰ ਗੋਲੀ ਮਾਰ ਦੇਣ, ਕੌਣ ਉਹਦਾ ਜ਼ਿੰਮੇਵਾਰ ਕੌਣ ਹੈ? ਸੋ ਮੈਂ ਹੁਣ ਤੱਕ ਕੋਈ ਸਿਕਿਉਰਿਟੀ ਮਿਲੀ ਹੈ? ਹੁਣ ਤੱਕ ਤੁਹਾਨੂੰ ਕੋਈ ਗਨਮੈਨ, ਕੋਈ ਗਾਰਡ ਮਿਲਿਆ? ਨਹੀਂ ਜੀ, ਅਜੇ ਤੱਕ ਦੇਖੋ ਮੈਨੂੰ ਕੋਈ ਵੀ ਉਹਨਾਂ ਨੇ ਸੁਰੱਖਿਆ ਨਹੀਂ ਮੁਹੱਈਆ ਕਰਾਈ। ਜੋ ਇਹਨਾਂ ਦੀ ਡਿਊਟੀ ਬਣਦੀ ਸੀ ਇਮੀਡੀਏਟਲੀ
ਡੈਡੀਕੇਟਡ ਸਿਕਿਉਰਿਟੀ ਹੈ ਜਿਹੜੀ ਮੁਹੱਈਆ ਕਰਾਈ ਜਾਂਦੀ, ਤਾਂ ਕਿ ਕੋਈ ਇਹੋ ਜਿਹਾ ਜਿਹੜਾ ਜੋ ਥ੍ਰੈਟ ਆਈ ਮਾਰਨ ਦੀ, ਕੋਈ ਇਹੋ ਜਿਹਾ ਕਿਤੇ ਕੁਝ ਮਿਸ ਹੈਪਨਿੰਗ ਨਾ ਹੋ ਜੇ, ਕੋਈ ਇਹੋ ਜਿਹੀ ਗੱਲ ਨਾ ਹੋ ਜੇ। ਔਰ ਇਹ ਇੱਕ ਪੁਲਿਸ 'ਤੇ ਵੀ ਸਵਾਲੀਆ ਨਿਸ਼ਾਨ ਖੜਾ ਕਰਦਾ ਹੈ ਵੀ ਇਹ ਜਿਹੜਾ ਇਹੋ ਜਿਹੇ ਸਿਸਟਮ ਦੇ ਵਿੱਚ ਜੋ ਮਾਹੌਲ ਚੱਲ ਰਿਹਾ ਵੀ ਤੁਹਾਨੂੰ ਇਮੀਡੀਏਟ ਗਨਮੈਨ ਪ੍ਰੋਵਾਈਡ ਕਰਨੇ ਚਾਹੀਦੇ ਆ। ਪਹਿਲੇ ਤਾਂ ਮੈਂ ਜਦੋਂ ਮੈਨੂੰ ਥ੍ਰੈਟ ਹੁੰਦੀ ਮੈਂ ਉਦੋਂ ਹੀ ਮੰਗਾਂਗਾ, ਠੀਕ ਹੈ ਨਾ। ਹੁਣ ਤਾਂ ਇਹ ਫਾਰਮੈਲਿਟੀਆਂ, ਐਪਲੀਕੇਸ਼ਨ ਦੇ ਦਿਓ, ਇਹ ਦੇ ਦਿਓ, ਇਹਦੀ ਕੀ ਲੋੜ ਹੈ? ਇਹਨਾਂ ਦੀ ਇੰਟੈਲੀਜੈਂਸ ਕੀ ਕਰ ਰਹੀ ਹੈ? ਐਡਾ ਮੀਡੀਆ ਦੇ ਵਿੱਚ ਆ ਰਿਹਾ, ਇੰਟੈਲੀਜੈਂਸ ਵਿੰਗ ਹੀ ਵੱਖਰਾ ਬਣਿਆ ਹੋਇਆ। ਇੰਟੈਲੀਜੈਂਸ ਨੇ ਆਪਣੀ ਰਿਪੋਰਟ ਭੇਜਣੀ ਵੀ ਇਹਨੂੰ ਬੰਦੇ ਨੂੰ ਖਤਰਾ ਹੈਗਾ, ਤੇ ਇੰਟੈਲੀਜੈਂਸ ਵਿੰਗ ਕੀ ਕਰ ਰਿਹਾ? ਸੁੱਤਾ ਪਿਆ। ਇੰਟੈਲੀਜੈਂਸ ਵਿੰਗ ਵੀ ਐਕਟਿਵ ਹੋਵੇ, ਮੇਰੀਆਂ ਐਪਲੀਕੇਸ਼ਨਾਂ ਰਿਕੁਆਇਰਡ। ਕੋਈ ਇਹ ਜ਼ਰੂਰੀ ਨਹੀਂ ਹੁੰਦਾ ਵੀ ਮੈਂ ਦਰਖਾਸਤ ਦੇਣੀ ਹੈ ਅਤੇ ਸਿਕਿਉਰਿਟੀ ਕਿੰਨੀਆਂ ਕੁ ਅੱਗੇ ਜਿਹੜੇ ਬੰਦਿਆਂ ਕੋਲ ਸਿਕਿਉਰਟੀਆਂ ਹੈਗੀਆਂ ਕਿੰਨੀਆਂ ਕੁ ਉਹਨਾਂ ਨੇ ਦਰਖਾਸਤਾਂ ਦਿੱਤੀਆਂ ਹੋਈਆਂ, ਇਹ ਤੁਹਾਨੂੰ ਵੀ ਪਤਾ ਹੈ, ਮੈਨੂੰ ਵੀ ਪਤਾ ਹੈ, ਸਾਰੀ ਜਨਤਾ ਨੂੰ ਵੀ ਪਤਾ। ਮੈਂ ਜਨਤਾ ਦਾ ਇੱਥੇ ਸਹਿਯੋਗ ਮੰਗਦਾ ਵੀ ਇਹ ਜਿਹੜੀ ਵੀਡੀਓ ਹੈਗੀ ਹੈ ਇਹਨੂੰ ਸੀਐਮ ਸਾਹਿਬ ਦੇ ਕੰਨਾਂ ਤੱਕ ਪਹੁੰਚਾਇਆ ਜਾਏ, ਡੀਜੀਪੀ ਦੇ ਕੰਨਾਂ ਤੱਕ ਪਹੁੰਚਾਇਆ ਜਾਏ। ਔਰ ਮੇਰੀ ਇਹ ਵੀ ਅਪੀਲ ਕੀਤੀ ਜਾਏ ਵੀ ਇੱਕ ਪੰਜਾਬ ਨੂੰ ਸੁਰੱਖਿਅਤ ਮਾਹੌਲ ਦਿਓ, ਸ਼ਾਂਤੀਪੂਰਨ ਮਾਹੌਲ ਤੁਸੀਂ ਦੇਣਾ, ਤੁਹਾਡੀ ਨੈਤਿਕਤਾ, ਤੁਹਾਡੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ। ਇਹ ਨਹੀਂ ਹੈ ਕਿ ਹਰ ਬੰਦਾ ਡਰ ਦੇ ਸਾਏ 'ਚ, ਜਿਵੇਂ ਮੀਡੀਆ ਨੇ ਤੇ ਆਪਣਾ ਰੋਲ ਅਦਾ ਕਰ ਦੇਣਾ, ਇਹਨਾਂ ਨੇ ਤਾਂ ਗੱਲ ਹਰੇਕ ਅਫਸਰ ਤੱਕ ਉੱਤੇ ਤੱਕ ਪਹੁੰਚਾ ਦੇਣੀ ਹੈ। ਇਹ ਆਪਣਾ ਜਿਹੜਾ ਹੈਗਾ ਰੋਲ ਬਾਖੂਬੀ ਨਿਭਾ ਰਹੇ ਨੇ, ਕਰ ਵੀ ਰਹੇ ਨੇ, ਰਿਸਪੌਂਸਿਬਿਲਿਟੀ ਕਰ ਰਹੇ ਨੇ। ਬਟ ਤੁਸੀਂ ਕਿੱਥੇ ਖੜੇ ਹੋ? ਤੁਹਾਡਾ ਜਿਹੜਾ ਰੋਲ ਹੈ ਉਹ ਤਾਂ ਹੁਣ ਕਦੋਂ, ਜਦੋਂ ਕੋਈ ਨਾ ਕੋਈ ਤੁਸੀਂ ਹੋਰ ਜਾਨਾਂ ਇੱਥੇ ਪੰਜਾਬ ਚੱਲ ਜਾਣਗੀਆਂ, ਫਿਰ ਤੁਸੀਂ ਉਹਦੇ ਪਰਿਵਾਰ ਨੂੰ ਸੁਰੱਖਿਆ ਦੇ ਦਿੰਦੇ ਹੋ। ਹੁਣ ਸਿੱਧੂ ਮੂਸੇਵਾਲੇ ਦੇ ਫਾਦਰ ਨੂੰ ਸੁਰੱਖਿਆ ਦਿੱਤੀ ਹੋਈ ਹੈ ਵੀ ਜਿਹਨੂੰ ਮਾਰਨਾ ਸੀ ਉਹਨਾਂ ਨੇ ਮਾਰਤਾ, ਹੁਣ ਉਹਨੂੰ ਫਾਦਰ ਨੂੰ ਤਾਂ ਉਹਨਾਂ ਨੇ ਕੁਝ ਨਹੀਂ ਕਹਿਣਾ, ਤੇ ਉਹਨੂੰ ਤੁਸੀਂ ਬਾਅਦ ਵਿੱਚ ਸੁਰੱਖਿਆ ਦੇ ਕੇ ਹਰ ਬੰਦੇ ਨੂੰ ਇੱਕ ਤੁਸੀਂ ਡਿਸਟਰਬ ਕਰ ਰਹੇ ਹੋ ਕਿ ਤੁਹਾਡੀ ਜ਼ਿੰਮੇਵਾਰੀ ਜਿਹੜੀ ਬਣਦੀ ਉਹਦੇ ਤੋਂ ਤੁਸੀਂ ਭੱਜਦੇ ਹੋ। ਬਾਅਦ 'ਚੋਂ ਤੁਸੀਂ ਫਿਰ ਕਹਿੰਦੇ ਹੋ ਜੀ ਨਹੀਂ ਜੀ ਇਹ ਹੋ ਗਿਆ ਉਹ ਹੈ, ਬਾਅਦ 'ਚੋਂ ਐਕਸਪਲੇਨਸ਼ਨਾਂ ਦੇਣੀਆਂ। ਉਸ ਚੀਜ਼ ਦਾ ਕੋਈ ਫਾਇਦਾ ਨਹੀਂ ਹੈਗਾ। ਸੁਰੱਖਿਅਤ ਮਾਹੌਲ ਇੱਕ ਪੰਜਾਬ ਨੂੰ ਦਿਓ, ਤੁਹਾਡੀ ਨੈਤਿਕ ਜ਼ਿੰਮੇਵਾਰੀ ਵੀ ਹੈ ਔਰ ਇੱਕ ਸਰਕਾਰ ਦੀ ਵੀ ਜ਼ਿੰਮੇਵਾਰੀ ਹੁੰਦੀ ਹੈ ਹਰੇਕ ਨਾਗਰਿਕ ਦੀ ਜਿਹੜੀ ਲਾਈਫ ਨੂੰ ਸਿਕਿਉਰ ਕਰਨਾ। ਸੋ ਇਹ ਕੀਤੀ ਜਾਏ, ਹਰੇਕ ਨਾਗਰਿਕ ਦੀ ਲਾਈਫ ਸਿਕਿਉਰ ਕੀਤੀ ਜਾਏ। ਗੱਲਬਾਤ ਕਰਨ ਲਈ ਧੰਨਵਾਦ। ਤਾਂ ਇਹ ਸੀਗੇ ਆਰਟੀਆਈ ਐਕਟਿਵਿਸਟ ਸਿਮਰਨਜੀਤ ਸਿੰਘ, ਜਿਨ੍ਹਾਂ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਗੈਂਗਸਟਰ ਅਨਮੋਲ ਬਿਸ਼ਨੋਈ ਦੇ ਵੱਲੋਂ ਥ੍ਰੈਟ ਕਾਲ ਕੀਤੀ ਜਾਂਦੀ ਹੈ ਔਰ ਧਮਕਾਇਆ ਜਾਂਦਾ ਹੈ ਕਿ ਦੋ ਕੇਸ ਜਿਹੜੇ ਕੇਸਾਂ ਦੀ ਪੈਰਵੀ ਕਰ ਰਹੇ ਨੇ ਬਤੌਰ ਆਰਟੀਆਈ ਐਕਟਿਵਿਸਟ, ਕਿ ਉਹ ਦੋਨੋਂ ਕੇਸ ਵਾਪਸ ਲੈ ਲਓ, ਨਹੀਂ ਤਾਂ ਤੁਹਾਡੇ ਨਾਲ ਵੀ ਉਹੀ ਹਸ਼ਰ ਹੋਵੇਗਾ ਜਿਹੜਾ ਆਮ ਲੋਕਾਂ ਦੇ ਨਾਲ ਕੀਤਾ ਜਾਂਦਾ ਹੈ ਜਦੋਂ ਕਿਸੇ ਨੂੰ ਧਮਕੀ ਤੋਂ ਬਾਅਦ ਗੈਂਗਸਟਰ ਜਿਸ ਦੇ ਉੱਤੇ ਹਮਲਾ ਕਰਦੇ ਨੇ। ਫਿਲਹਾਲ ਪੁਲਿਸ ਦੇ ਨਾਲ ਨਾਰਾਜ਼ਗੀ ਵੀ ਹੈ ਕਿਤੇ ਨਾ ਕਿਤੇ। ਪੁਲਿਸ ਨੂੰ ਵੀ ਚਾਹੀਦਾ ਹੈ ਕਿ ਜੇਕਰ ਇਹ ਸਾਰਾ ਕੁਝ ਹੋ ਗਿਆ ਹੈ, ਇਸ ਦੀ ਪੁਸ਼ਟੀ ਵੀ ਲਗਭਗ FIR ਦਰਜ ਕਰਨ ਤੋਂ ਬਾਅਦ ਹੋ ਚੁੱਕੀ ਹੈ, ਤਾਂ ਪੁਲਿਸ ਨੂੰ ਚਾਹੀਦਾ ਸਮਾਂ ਰਹਿੰਦਿਆਂ ਸਿਮਰਨਜੀਤ ਸਿੰਘ ਉਹਨਾਂ ਦੀ ਸੁਰੱਖਿਆ ਦੇ ਵੱਲ ਜ਼ਰੂਰ ਧਿਆਨ ਦਿੱਤਾ ਜਾਵੇ ਤਾਂ ਜੋ ਕੋਈ ਵੀ ਅਣਸੁਖਾਵੀ ਘਟਨਾ ਜਲੰਧਰ ਦੇ ਵਿੱਚ ਨਾ ਵਾਪਰੇ। ਫਿਲਹਾਲ ਕੈਮਰਾਮੈਨ ਰਹੀਤ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ TV, ਜਲੰਧਰ।